ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਅੱਜ ਪਹਿਲੀ ਕੈਬਨਿਟ ਬੈਠਕ ਹੋਈ ਹੈ, ਜਿਸ ਦੇ ਵਿੱਚ ਕੱਲ੍ਹ 15 ਨਵੇਂ ਮੰਤਰੀਆਂ ਨੇ ਜੋ ਸਹੁੰ ਚੁੱਕੀ ਸੀ ਉਹਨਾਂ ਨੇ ਵੀ ਹਿੱਸਾ ਲਿੱਤਾ ਹੈ ਔਰ ਉਹਨਾਂ ਦੇ ਨਾਲ 2 ਉਪ ਮੁੱਖ ਮੰਤਰੀ ਵੀ ਮੌਜੂਦ ਰਹੇ। ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਕਿਸਾਨੀ ਮੁੱਦੇ ਨੂੰ ਲੈ ਕੇ ਗੰਭੀਰ ਚਰਚਾ ਹੋਈ ਹੈ ਔਰ ਬਾਕੀ ਸਾਰੇ ਮੁੱਦਿਆਂ ਨੂੰ ਅਗਲੀ ਕੈਬਨਿਟ ਮੀਟਿੰਗ ਤੱਕ ਟਾਲ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਲਿੱਤਾ ਗਿਆ ਹੈ ਕਿ ਚੁਣੇ ਹੋਏ MC ਤੇ ਸਰਪੰਚ ਹੁਣ ਸਰਕਾਰੀ ਦਫ਼ਤਰਾਂ ਦੇ ਵਿੱਚ ਨਵਾਂ ਕਾਰਡ ਬਣਵਾ ਕੇ ਐਂਟਰ ਹੋ ਸਕਿਆ ਕਰਨਗੇ। ਤਾਂ ਲਗਾਤਾਰ ਚਰਨਜੀਤ ਸਿੰਘ ਚੰਨੀ ਆਪਣੀ ਕੈਬਨਿਟ ਦੇ ਨਾਲ ਹੁਣ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਹੱਲ ਕਰਦੇ ਹੋਏ ਨਜ਼ਰ ਆ ਰਹੇ ਨੇ। ਅੱਜ ਦੀ ਇਸ ਕੈਬਨਿਟ ਮੀਟਿੰਗ ਤੋਂ ਬਾਅਦ ਮੰਤਰੀਆਂ ਦਾ ਕੀ ਕੁਝ ਕਹਿਣਾ ਹੈ, ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਚੰਨੀ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀ ਅਹਿਮ ਮਸਲੇ ਕੀ ਅਹਿਮ ਮੁੱਦੇ ਵਿਚਾਰੇ ਅੱਜ ਪਹਿਲੀ ਕੈਬਨਿਟ 'ਚ ਮੇਰਾ ਖਿਆਲ ਇੱਕ ਹੀ ਅਹਿਮ ਮੁੱਦਾ ਵਿਚਾਰਿਆ ਗਿਆ, ਕਿਸਾਨਾਂ ਦੇ ਜਿਹੜਾ ਮੁੱਦਾ ਹੈ, ਜੋ 3 ਬਿੱਲ ਹੈ ਕਿ ਉਹਨੂੰ ਕਿਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨਾਲ ਦੁਬਾਰੇ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਜਾਏ ਜਾਂ ਉਹਨਾਂ ਨਾਲ ਗੱਲਬਾਤ ਦੁਬਾਰਾ ਸ਼ੁਰੂ ਹੋਵੇ। ਇੱਕ ਤਾਂ ਉਹਦੀ ਗੱਲ ਅੱਜ ਮੁੱਖ ਮੰਤਰੀ ਸਾਹਿਬ ਤੇ तमाम ਕੈਬਨਿਟ ਦੇ ਸਾਥੀਆਂ ਨੇ ਕੀਤੀ ਹੈ। ਦੂਜਾ ਵੱਡਾ ਏਜੰਡਾ ਉਹਨਾਂ ਨੇ ਕਿਹਾ ਕਿ ਜਿੱਥੇ ਕਿਸਾਨ ਅੱਜ ਪੂਰੇ ਪੰਜਾਬ ਭਰ ਦੇ ਵਿੱਚ, ਪੂਰੇ ਦੇਸ਼ ਭਰ ਦੇ ਵਿੱਚ ਚੱਕਾ ਜਾਮ ਵੀ ਹੈ ਤੇ ਅਸੀਂ ਲੋਕ तमाम ਕਿਸਾਨਾਂ ਦੀ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸਾਨੂੰ ਇਸੇ ਹਫ਼ਤੇ ਦੇ ਅੰਦਰ तमाम ਮੰਤਰੀ ਸਾਹਿਬਾਨ ਜਿਹੜੇ ਅਲਾਟਡ ਜ਼ਿਲ੍ਹੇ ਹੋਣਗੇ, ਜਿੱਥੇ ਜਿੱਥੇ ਉਹਨਾਂ ਨੂੰ ਜ਼ਿਲ੍ਹਾ ਮਿਲੇਗਾ ਉੱਥੇ ਜਾਣਗੇ ਤੇ ਉਹ तमाम ਲੋਕ ਜਿਨ੍ਹਾਂ ਦੀਆਂ ਸ਼ਹੀਦ ਹੋ ਗਏ ਕਿਸਾਨ ਅੰਦੋਲਨ ਦੇ ਵਿੱਚ, ਜਿਵੇਂ ਕੱਲ੍ਹ ਚੰਨੀ ਸਾਹਿਬ ਨੇ ਸ਼ੁਰੂਆਤ ਕੀਤੀ ਹੈ, ਮੁੱਖ ਮੰਤਰੀ ਸਾਹਿਬ ਨੇ ਅਪੁਆਇੰਟਮੈਂਟ ਲੈਟਰ ਦੇ ਕੇ ਉਹਨਾਂ ਨੂੰ ਨੌਕਰੀ ਦੇ ਕੇ ਨਵਾਜਣਗੇ ਜਾਣਗੇ। ਔਰ ਨਾਲ ਹੀ ਨਾਲ ਕਈ ਐਸੇ ਜਿਹੜੇ ਕੇਸਿਸ ਹਨ ਜਿਨ੍ਹਾਂ ਦਾ ਹਜੇ ਤੱਕ ਜਿਨ੍ਹਾਂ ਨੂੰ ਗਵਰਨਮੈਂਟ ਨੇ 5 ਲੱਖ ਰੁਪਇਆ ਦੇਣਾ ਸੀ, ਜੋ ਹਦਾਇਤਾਂ ਦੇ ਮੁਤਾਬਕ, ਜੋ ਕਾਨੂੰਨ ਦੇ ਮੁਤਾਬਕ, ਜਿਹੜੀਆਂ ਗਾਈਡਲਾਈਨ ਦੇ ਮੁਤਾਬਕ ਉਹਨਾਂ ਦਾ ਜਿਹੜਾ ਜੇ ਕਿਸੇ ਵਿਅਕਤੀ ਦਾ 5-5 ਲੱਖ ਰੁਪਇਆ ਕਿਸਾਨ ਸਾਡੇ ਭਰਾ ਦਾ ਰਹਿੰਦਾ ਹੈ ਤੇ ਉਹਦੇ ਵੀ ਉਹਨੂੰ ਜਾ ਕੇ ਚੈੱਕ ਦੇਣਗੇ। ਸੋ ਅੱਜ ਦਾ ਸਾਰਾ ਜਿਹੜੀ ਕੈਬਨਿਟ ਦਾ ਸਿੱਟਾ ਸੀਗਾ, ਕਿਉਂਕਿ ਕਿਸਾਨਾਂ ਅਸੀਂ ਸਾਰੇ ਖੇਤੀ ਪ੍ਰਧਾਨ ਸੂਬਾ ਹੈ, ਹੋਰ ਕਿਸੇ ਮੁੱਦੇ ਤੇ ਚਰਚਾ ਨਾ ਕਰਦੇ ਹੋਏ किसानी मुद्दे पे चर्चा हुई। विभाग बंटवारा कब तक हो जाएगा सभी मंत्रियों को? विभाग बंटवारे का अभी हमें पता नहीं है कब तक हो जाएगा, लेकिन उम्मीद है कि आज शाम तक हो जाने चाहिए। राजा जी, एक MC ਤੇ ਸਰਪੰਚ ਜਿਹੜੇ ਹੈਗੇ ਨੇ ਉਹਨਾਂ ਦੀ ਹੁਣ ਡਾਇਰੈਕਟ ਐਂਟਰੀ ਵੀ ਜਿਹੜੀ ਹੈ ਇੱਥੇ ਹੋ ਸਕੇਗੀ, ਜਿਵੇਂ ਪਾਸ ਨੂੰ ਲੈ ਕੇ ਇੱਕ ਹੋਰ ਵੱਡੀ ਉਹਨਾਂ ਨੇ ਹਦਾਇਤ ਕੀਤੀ ਹੈ ਕਿ ਚੁਣੇ ਹੋਏ ਨੁਮਾਇੰਦੇ ਸਰਪੰਚ ਸਾਹਿਬਾਨ, ब्लॉक समति मैंबर साहबान, जिला परिषद मैंबर साहबान, MC साहबान, कांग्रेस पार्टी का जिला प्रधान, कोई भी जिला प्रधान, ब्लॉक प्रधान तो किसी भी पार्टी का बेशक कोई भी चुनिया होया सरपंच या जिला परिषद मैंबर है या MC है, वो उन्होंने पासिस जिहड़े है पहला उन्होंने कोले जिहड़ा उन्हों दा प्रूफ होएगा ID प्रूफ, वो SDM साहबान उन्होंने एक हफ्ते दे विच बना देन। ਉਸ ਤੋਂ ਬਾਅਦ ਉਹ ਕਿਸੇ ਵੇਲੇ ਵੀ ਉਹਨਾਂ ਕੋਲੇ ਵਿਦ ਆਪਦੇ ID ਦੇ ਨਾਲ ਸਾਡੇ ਸੈਕਟਰੀਏਟ ਦੇ ਵਿੱਚ ਉਹ ਦਾਖਲ ਹੋ ਸਕਦੇ ਆ, ਉਹਨਾਂ ਨੂੰ ਕਿਸੇ ਪਾਸ ਦੀ ਕੋਈ ਜ਼ਰੂਰਤ ਨਹੀਂ ਹੋਏਗੀ। ਇਹ ਵੀ ਮੈਂ ਸਮਝਦਾ ਕਿ ਬਹੁਤ ਵੱਡਾ ਸਨੇਹ ਹੈ ਜਦੋਂ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਮੈਂ ਆਮ ਲੋਕਾਂ ਦਾ ਮੁੱਖ ਮੰਤਰੀ ਹਾਂ, ਕਾਮਨ ਮੈਨ ਦਾ ਮੁੱਖ ਮੰਤਰੀ ਹਾਂ, ਹਰ ਵਿਅਕਤੀ ਦਾ ਮੁੱਖ ਮੰਤਰੀ ਹਾਂ। ਸੋ ਇਹ ਬਹੁਤ ਵੱਡਾ ਇੱਕ ਸਨੇਹ ਹੈ, ਕਿਉਂਕਿ ਬਹੁਤ ਦੇਰ ਲੋਕ ਵਿਚਾਰੇ ਬਾਹਰ ਖੜੇ ਰਹਿੰਦੇ ਸੀ, ਕਈਆਂ ਨੂੰ ਪਾਸਿਸ ਨਹੀਂ ਮਿਲਦੇ ਸੀ ਔਰ ਕਈ ਵਿਚਾਰਿਆਂ ਨੂੰ ਪਾਸਿਸ ਉਪਲਬਧ ਪਤਾ ਨਹੀਂ ਸੀ ਕਿੱਥੋਂ ਮਿਲਣੇ ਆ। ਸੋ ਇਹਦੇ ਨਾਲ ਉਹ ਆਉਣਗੇ ਤੇ ਇੱਥੇ ਬੈਠਣਗੇ ਤੇ ਗੱਲਬਾਤ ਲੋਕਾਂ ਦੀ ਸੁਣੀ ਜਾਏਗੀ, ਕੰਮਕਾਰ ਹੋਏਗਾ। ਗੁਲਾਬੀ ਸੁੰਡੀ ਨੂੰ ਲੈ ਕੇ ਜਿਹੜੇ ਪੀੜਤ ਕਿਸਾਨ ਨੇ ਮੁਆਵਜ਼ੇ ਨੂੰ ਲੈ ਕੇ ਵੀ ਕੋਈ ਹੁਕਮ ਜਾਰੀ ਕੀਤੇ ਗਏ ਨੇ ਕਿ ਮੁਆਵਜ਼ੇ ਨੂੰ ਕੱਲ੍ਹ ਉਹ ਜਾਇਆ ਜੀ, ਮੁੱਖ ਮੰਤਰੀ ਸਾਹਿਬ ਖੁਦ ਜਾ ਕੇ ਆਏ ਆ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਵੀ ਦਵਾਈ ਹੈ, ਇੱਕ ਤਾਂ ਇਹਦੇ 'ਚ ਜਿਹੜੀ ਵੀ ਪੈਸਟੀਸਾਈਡਸ ਯੂਜ਼ ਹੋਏਗੀ ਉਹ ਸਾਰੀ ਦੀ ਸਾਰੀ ਸਰਕਾਰ ਉਹਦਾ ਖਰਚਾ ਚੱਲੇਗੀ। ਨਾਲ ਹੀ ਉਹਨਾਂ ਨੇ ਸਪੈਸ਼ਲ ਗਿਰਦਾਵਰੀ ਦੇ ਵੀ ਆਰਡਰ ਕੀਤੇ ਨੂੰ, ਮੇਰੇ ਖਿਆਲ ਇਹ 2 ਦਿਨ ਹੋ ਗਏ ਆ, ਸਪੈਸ਼ਲ ਗਿਰਦਾਵਰੀ DC ਨੂੰ ਹੁਕਮ ਜਾ ਚੁੱਕੇ ਹੈ
तो जो भी मुआवजा बनता होएगा वो दिता जाएगा। सर, केंद्र सरकार का जो प्रोजेक्ट है भारतमाला, उसके लिए नेशनल हाईवे के लिए जो किसानों की भूमि अधिकृत की गई है, अधिग्रहण किया गया है राज्य सरकार की तरफ से, उस मुद्दे को भुनाने की कहीं ना कहीं श्रोमणी अकाली दल कोशिश कर रहा है। 29 तारीख को वो ट्रैक्टर मार्च करेंगे और उनका आरोप है कि किसानों को मुआवजा उतना नहीं दिया जा रहा है जितना उनकी ज़मीन जो एक्वायर की गई है उतना दिया जाना चाहिए। उचित मुआवजे की मांग कर रहे हैं। मेरे को लगता है ये नॉर्म्स हैं कुछ, बिल्कुल मैं समझता हूँ कि उनको मुआवजा ज़्यादा से ज़्यादा किसान को देना चाहिए, लेकिन कुछ टेक्निकल आज इसके ऊपर भी चर्चा हुई थी किसान की उस ज़मीन को भूमि अधिग्रहण के बारे में। लेकिन चीफ सेक्रेटरी साहब ने कहा है कि कुछ गाइडलाइन है जो सेंटर सरकार की हैं। उन्होंने कुछ ये भी समझाने की कोशिश की कि जो कलेक्टर रेट होता है, हायर कलेक्टर रेट, उसके ऊपर अधिग्रहण किया जाता है, उसके ऊपर एक्विजिशन होती है। तो वो तमाम चीज़ों को चेक करते हुए मुख्यमंत्री साहब ने ये भी हदायत की है कि किस प्रकार से हम ज़्यादा से ज़्यादा किसानों को मुआवजा दे सकें। उसका भारत सरकार से मैं बात करूंगा तो उसके ऊपर भी चर्चा हुई है। तमाम किसान मुद्दों के ऊपर ही चर्चा आज की रही। ठीक है। ਤੇ ਜਿਹੜੀ ਚਰਚਾ ਕੀਤੀ ਗਈ ਉਹਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ? ਦੇਖੋ ਮੁੱਖ ਤੌਰ ਤੇ ਤਾਂ ਜਿਹੜੇ ਕਿਸਾਨੀ ਸੰਘਰਸ਼ ਚੱਲ ਰਿਹਾ, ਕਾਲੇ ਕਾਨੂੰਨ ਬਣੇ ਹੋਏ ਨੇ, ਉਹਨਾਂ ਤੇ ਚਰਚਾ ਹੋਈ ਆ ਔਰ ਸਾਰੀ ਕੈਬਨਿਟ ਨੇ ਕਿਸਾਨਾਂ ਦੇ ਨਾਲ, ਖੇਤ ਮਜ਼ਦੂਰਾਂ ਦੇ ਨਾਲ ਖੜੇ ਹੋਣ ਦਾ ਅਹਿਦ ਕੀਤਾ ਔਰ ਕਿਉਂਕਿ ਕਾਂਗਰਸ ਪਾਰਟੀ ਦਾ ਵੀ ਇਹ ਏਜੰਡਾ ਹੈ ਕਿ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਤੋਂ ਅਸੀਂ ਅੱਜ ਜਿਹੜਾ ਫੋਕਸ ਰਿਹਾ ਮੇਨ ਉਹ ਕਿਸਾਨੀ ਸੰਘਰਸ਼ ਤੇ ਰਿਹਾ, ਇਹਨਾਂ ਕਾਲੇ ਕਾਨੂੰਨਾਂ ਤੇ ਰਿਹਾ ਔਰ ਅਸੀਂ ਉਹਦੇ ਨਾਲ ਜਿਹੜੀਆਂ ਨੌਕਰੀਆਂ ਨੇ, ਕਿਸਾਨ ਜਿਹੜੇ ਸੰਘਰਸ਼ ਦੇ ਦੌਰਾਨ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ ਕਿ ਉਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਜਿਹੜੀ ਆ ਸੰਵੇਦਨਾ ਜ਼ਾਹਰ ਕੀਤੀ ਔਰ ਉਹਦੇ ਨਾਲ ਉਹਨਾਂ ਨੂੰ ਨੌਕਰੀਆਂ ਦੇਣ ਦਾ ਵੀ ਅਸੀਂ ਜਿਹੜਾ ਵਾ ਉਹ ਫੈਸਲਾ ਕੀਤਾ। ਬਹੁਤ ਜਲਦੀ ਉਹਨਾਂ ਪਰਿਵਾਰਾਂ ਨੂੰ ਨੌਕਰੀ ਦੇ ਜਿਹੜੇ ਪੱਤਰ ਨੇ ਉਹ ਦਿੱਤੇ ਜਾ ਰਹੇ ਨੇ। ਪੋਰਟਫੋਲੀਓਜ਼ ਦੇ ਉੱਤੇ ਕੋਈ ਗੱਲਬਾਤ ਅੱਜ ਕੀਤੀ ਗਈ ਹੋਵੇ, ਸੁਝਾਅ ਮੰਗਿਆ ਗਿਆ ਹੋਵੇ? ਨਹੀਂ, ਦੇਖੋ ਇਹਦੇ ਤੇ ਕੋਈ ਚਰਚਾ ਨਹੀਂ ਹੋਈ। ਇਹ ਤਾਂ ਮੁੱਖ ਮੰਤਰੀ ਜੀ ਦਾ ਅਧਿਕਾਰ ਖੇਤਰ ਆ, ਉਹ ਜਿਹਨੂੰ ਜਿਹੜਾ ਰੋਲ ਦੇਣਗੇ ਸਾਰੇ ਉਹ ਆਪਣੇ ਰੋਲ ਦੇ ਵਿੱਚ ਚੰਗਾ ਹੋ ਕੇ ਅੱਗੇ ਹੋ ਕੇ ਕੰਮ ਕਰਨਗੇ। ਔਰ ਉਹਦੇ ਨਾਲ ਇਹ ਵੀ ਕਿਹਾ ਗਿਆ ਕਿ ਮਿਹਨਤ ਦੇ ਨਾਲ ਸਾਰੇ ਲੋਕਾਂ ਵਿੱਚ ਜਾਓ ਔਰ ਲੋਕਾਂ ਵਿੱਚ ਜਾ ਕੇ ਜੋ ਸਰਕਾਰ ਦਾ ਅਕਸ ਹੈ ਉਹ ਦੱਸੋ, ਕਿਉਂਕਿ ਇਹ ਸਰਕਾਰ ਜਿਹੜੀ ਆ ਆਮ ਆਦਮੀ ਦੀ ਸਰਕਾਰ ਹੈ, ਆਮ ਇਨਸਾਨ ਦੀ ਸਰਕਾਰ ਹੈ, ਆਮ ਜਿਹੜੀ ਪੰਜਾਬੀ ਦੀ ਸਰਕਾਰ ਹੈ। ਸੋ ਇਸ ਕਰਕੇ ਇਹਦੇ 'ਚ ਇੱਕ ਦਿੱਖ ਜਿਹੜੀ ਆ ਉਹ ਅਸੀਂ ਤਾਂ ਕਿ ਲੋਕਾਂ ਨੂੰ ਅਸੀਂ ਇੱਕ ਚੰਗਾ ਪ੍ਰਸ਼ਾਸਨ ਔਰ ਚੰਗੀ ਸਰਕਾਰ ਦੇ ਸਕੀਏ, ਸਾਫ਼ ਸੁਥਰੀ ਸਰਕਾਰ ਦੇ ਸਕੀਏ, ਅੱਜ ਦਾ ਜਿਹੜਾ ਇਹ ਮੁੱਖ ਏਜੰਡਾ ਰਿਹਾ। ਵਾਸਤੇ ਆ ਭਾਈ, ਅੱਜ ਸਾਡਾ ਅੰਨਦਾਤਾ ਪੂਰੇ ਦੇਸ਼ ਦੇ ਅੰਦਰ ਸੜਕਾਂ 'ਤੇ ਉਤਰਿਆ ਹੋਇਆ ਔਰ ਇਹ ਸਰਕਾਰ ਨੇ ਫੈਸਲਾ ਕੀਤਾ ਕਿ ਇੱਕ ਮਤਾ ਪਾਸ ਕਰਕੇ ਕੇਂਦਰ ਦੀ ਸਰਕਾਰ ਨੂੰ ਅਸੀਂ ਭੇਜ ਰਹੇ ਹਾਂ ਕਿ ਕੇਂਦਰ ਦੀ ਸਰਕਾਰ ਇਹ ਕਿਸਾਨਾਂ ਦੇ ਨਾਲ ਡਾਇਲਾਗ ਜਲਦੀ ਓਪਨ ਕਰੇ, ਇਹਨਾਂ ਨਾਲ ਗੱਲਬਾਤ ਕਰੇ ਔਰ ਜਦ ਤੱਕ ਇਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਇਹ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਔਰ ਕਿਸਾਨਾਂ ਨਾਲ ਬੈਠ ਕੇ ਇਹ ਦੁਬਾਰਾ ਖੇਤੀ ਕਾਨੂੰਨ ਜਿਹੜੇ ਹੈ ਉਹ ਬਣਨੇ ਚਾਹੀਦੇ ਹੈ। ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ, ਦੂਸਰੀ ਗੱਲ ਇਹ ਹੈ ਕਿ ਜਿਹੜੇ ਕਿਸਾਨਾਂ ਦੀਆਂ ਸਮੱਸਿਆਵਾਂ, ਅਸੀਂ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਕਿਸਾਨਾਂ ਨਾਲ ਗੱਲ ਕਰਾਂਗੇ। ਅਸੀਂ ਕਿਸਾਨਾਂ ਨਾਲ ਸਰਕਾਰ ਗੱਲ ਕਰੇਗੀ ਕਿ ਸਰਕਾਰ ਦੇ ਕੋਲੋਂ ਕੀ ਐਕਸਪੈਕਟੇਸ਼ਨ ਹੈ ਕਿਸਾਨ ਨੂੰ। ਉਹ ਚਾਹੇਗੀ ਕਿ ਸੜਕ ਤੋਂ ਲੈ ਕੇ ਸੰਸਦ ਤੱਕ ਕਿਸਾਨਾਂ ਦੇ ਨਾਲ ਖੜੇ ਹੋ ਕੇ ਲੜਾਈ ਲੜਨੀ ਹੈ, ਅਸੀਂ ਲੜਾਂਗੇ। ਉਹ ਕਹੇਗੀ ਕਾਨੂੰਨ ਦਾ ਦਰਵਾਜ਼ਾ ਖਟਖਟਾਣਾ ਹੈ, ਸਰਕਾਰ ਦੇ ਕਿਸਾਨ ਦੇ ਨਾਲ ਮਿਲ ਕੇ ਅਸੀਂ ਉਹ ਵੀ ਦਰਵਾਜ਼ਾ ਖਟਖਟਾਵਾਂਗੇ। ਉਹ ਕਹਿਣਗੇ ਵਿਧਾਨ ਸਭਾ ਦੇ ਅੰਦਰ ਦੁਬਾਰਾ ਕਿਸੇ ਅਮੈਂਡਮੈਂਟ ਦੀ ਜ਼ਰੂਰਤ ਆ, ਉਹ ਵੀ ਅਸੀਂ ਲੈ ਕੇ ਆਵਾਂਗੇ। ਔਰ ਤੀਸਰੀ ਮੈਂ ਨਾਲ ਦੀ ਨਾਲ ਗੱਲ ਕਹਿ ਦਿਆਂ ਬਈ ਜਿਹੜੀ ਗੁਲਾਬੀ ਸੁੰਡੀ ਦਾ ਮਾਮਲਾ ਹੈ ਉਹਦੇ ਵਾਸਤੇ ਮੁੱਖ ਮੰਤਰੀ ਜੀ ਖੁਦ ਮੌਕਾ ਦੇ ਕੇ ਆਏ ਆ ਔਰ ਕਿਸਾਨਾਂ ਦੇ ਘਰਾਂ ਤੱਕ ਦਸਤਕ ਦੇ ਕੇ ਆਏ ਆ। ਉਹਨਾਂ ਨੇ ਸਾਰੀਆਂ ਪਰੇਸ਼ਾਨੀਆਂ ਤੇ ਤਕਲੀਫਾਂ ਨੂੰ ਬੜੀ ਚੰਗੀ ਤਰ੍ਹਾਂ ਨਾਲ ਦੇਖ ਲਿਆ ਔਰ ਉਹਨਾਂ ਨੇ ਫੈਸਲਾ ਇਸ ਗੱਲ ਦਾ ਕਰਤਾ ਵੀ ਸਪੈਸ਼ਲ ਗਿਰਦਾਵਰੀ ਇਹ ਜਿਹੜੀ ਹੈ 24-48 ਘੰਟਿਆਂ ਦੇ ਵਿੱਚ ਇਹ ਸਪੈਸ਼ਲ ਗਿਰਦਾਵਰੀ ਆ ਜਾਏਗੀ ਔਰ ਜਿੰਨੇ ਕਿਸਾਨਾਂ ਦੀਆਂ ਮੁਸ਼ਕਲਾਂ ਹੈ ਉਹਨੂੰ ਹੱਲ ਕੀਤਾ ਜਾਏਗਾ, ਉਹਦਾ ਮੁਆਵਜ਼ਾ ਰਿਲੀਜ਼ ਕਰਤਾ ਜਾਏਗਾ। सर, कब तक निमंत्रण भेजा जाएगा किसान ਬਹੁਤ ਸਾਰੀਆਂ ਉਮੀਦਾਂ ਤੁਹਾਡੇ ਤੋਂ ਵੀ ਸੀਗੀਆਂ, ਤੁਸੀਂ ਵੀ ਕਹਿੰਦੇ ਸੀ ਮੈਂ ਕੰਮ ਕਰਨਾ ਚਾਹੁੰਦਾ, ਮੈਨੂੰ ਹੁਣ ਇੱਕ ਅਹੁਦਾ ਮਿਲ ਜਵੇ। ਅੱਜ ਕੋਈ ਅਹੁਦਿਆਂ ਬਾਰੇ ਚਰਚਾ ਹੋਈ? ਅੱਜ ਕਿਸੇ ਕਿਸਮ ਦੀ ਵੀ ਕੋਈ ਚਰਚਾ ਨਹੀਂ ਅੱਜ, ਕਿਉਂਕਿ ਸਾਡਾ ਕਿਸਾਨ, ਸਾਡਾ ਅੰਨਦਾਤਾ ਸੜਕਾਂ ਤੇ ਹੈ।
ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਚਰਚਾ ਕਰਨ ਤੋਂ ਬਿਲਕੁਲ ਮਨਾ ਕਰ ਦਿੱਤਾ कि आज सिर्फ किसानों ते चर्चा होएगी, क्योंकि किसान का पसीना जो बहता फजूल है, आवाज़ उनके हक में उठाना असूल है। आज का दिन सिर्फ किसान वास्ते है, असी साड़ी प्राथमिकता किसाना वास्ते और किसाना वास्ते पोर्टफोलियोज कदों तक क्लियर हो सकते ये मेरा ख्याल आज शाम तक या कल तक हो जाए। सर, तो संयुक्त किसान मोर्चा को क्या आपने इनविटेशन भेज दिया? बिल्कुल, किसान मोर्चा को आपके माध्यम से भी हमने अपील की है कि भैया आप हमारी ड्यूटी लगाइए सरकार की, सरकार आपके साथ है, सरकार और पार्टी दोनों मिलकर काम करेंगे। सर, कैबिनेट की बैठक तो हो गई, विभाग में इतनी बंटवारे में इतनी अरे देरी बड़ी जल्दी हो जाएगा ना, कल तक हो जाएगा।